असलामुअलैकुम की हाल है सारिਆਂ ਦਾ ठीक ठाक हो। ਅੱਜ ਮੈਂ ਤੁਹਾਡਾ ਟਾਈਮ ਜ਼ਾਇਆ ਨਹੀਂ ਕਰਾਂਗਾ ਤਾਂ ਕਿ ਕੋਸ਼ਿਸ਼ ਕਰਾਂਗਾ ਕਿ ਸ਼ਾਰਟ ਤੋਂ ਸ਼ਾਰਟ ਵੀਡੀਓ ਹੋਵੇ ਤਾਂ ਕਿ ਤੁਸੀਂ ਜਲਦੀ ਵੀਡੀਓ ਤੱਕ ਸਕੋ। ਜਵਾਨ ਦੇ ਰਕਸ਼ੇ ਦਾ ਟਾਇਰ ਕਿੱਧਰ ਗਿਆ, ਸਾਰਿਆਂ ਦੀ ਔਕਾਤ ਦਾ ਪਤਾ ਲੱਗ ਗਿਆ। ਜਵਾਨ ਕਹਿੰਦਾ ਮੇਰੇ ਕੋਲ ਇੱਕ ਰਕਸ਼ਾ ਹੈ ਤੇ ਉਹਦੇ ਤੇ ਦਿਹਾੜ ਲੱਗਦੀ ਹੈ 8-900 ਰੁਪਿਆ ਦਿਹਾੜ ਲੱਗ ਜਾਂਦੀ ਹੈ। ਕਹਿੰਦਾ ਜਦੋਂ ਵੀ ਛੁੱਟੀ ਕਰਕੇ ਆਉਂਦਾ ਸਾਹਮਣੇ ਦੁਕਾਨਾਂ ਨੇ ਉੱਥੇ ਯਾਰਾਂ ਦੋਸਤਾਂ ਕੋਲ ਬਹਿ ਜੀਦਾ, ਉਹਨਾਂ ਨਾਲ ਬਹਿ ਕੇ ਚਾਹ ਸ਼ਾਹ ਪੀਵੀ ਦੀ ਹੈ ਤੇ ਸਾਹਮਣੇ ਹਵੇਲੀ ਹੈ ਉਹਦੇ 'ਚ ਰਕਸ਼ਾ ਖਿਲਾ ਦਈਦਾ, ਉਹਨੂੰ 300 ਰੁਪਿਆ ਦੇਈਦਾ। ਇਹ ਹੁੰਦਾ ਕਿ ਰਕਸ਼ਾ ਕਿਤੇ ਚੋਰੀ ਨਹੀਂ ਹੋਣ ਲਿਆ, ਸੇਫ ਖਲੋਤਾ ਰਹੇਗਾ ਉੱਥੇ। ਕਹਿੰਦਾ ਮੈਂ ਵੀ ਸਕੂਨ 'ਚ ਹੋ ਜਾਣਾ, ਚਲੋ ਰਕਸ਼ਾ ਅੰਦਰ ਖਲੋਤੇ 300 ਰੁਪਿਆ ਕਿਹੜਾ ਕੁਝ ਜ਼ਿਆਦਾ ਹੈ। ਕਹਿੰਦਾ ਜਾਈਦਾ ਯਾਰਾਂ ਦੋਸਤਾਂ ਕੋਲ ਚਾਹ ਸ਼ਾਹ ਪੀਵੀ ਦੀ, ਉਹਨਾਂ ਨੂੰ ਪਿਲਾਈ ਦੀ ਹੈ। ਕਹਿੰਦਾ ਕਿਧਰੇ ਕਿਧਰੇ ਕਹਿੰਦੇ ਨੇ ਚਲੋ ਯਾਰ ਕਿਤੇ ਸੀਖ ਕਬਾਬ ਖਾਣ ਚਲੀਏ, ਤੇ ਕਹਿੰਦਾ ਉੱਧਰ ਜਾਈਦਾ ਤੇ ਪੈਟਰੋਲ ਮੇਰਾ ਹੀ ਹੁੰਦਾ। ਕਦੇ ਉਹਨਾਂ ਨੇ ਆਖਿਆ ਨਹੀਂ ਕਿ ਤੈਨੂੰ ਪੈਟਰੋਲ ਪਵਾ ਦੇਣੇ, ਹੋਰ ਕਿਧਰੇ ਆਈਸਕ੍ਰੀਮ ਵਗੈਰਾ ਖਾਣ ਜਾਣਾ, ਫਲੂਦਾ ਖਾਣ ਜਾਣਾ। ਕਹਿੰਦਾ ਮੈਂ ਹੀ ਖੜਦਾ ਸਾਂ। ਅਕਸਰ ਅਮੀਰੀ ਸਮਝਾਉਂਦੇ ਸੀ ਮੈਨੂੰ ਕਿ ਪੁੱਤਰ ਤੂੰ ਪੈਸੇ ਲਵਿਆ ਕਰ ਪੈਟਰੋਲ ਦੇ, ਨਹੀਂ ਤਾਂ ਉਂਝ ਕਿਸ ਤਰ੍ਹਾਂ ਪੂਰੀ ਪਵੇਗੀ ਤੇਰੀ। ਕਹਿੰਦਾ ਮੈਂ ਅਮੀਰਾਂ ਦੀ ਗੱਲ ਇਗਨੋਰ ਕਰ ਦਿੰਦਾ। ਕਹਿੰਦਾ ਪੁੱਤਰ ਇੱਥੇ ਕੋਈ ਕਿਸੇ ਦਾ ਸਕਾ ਨਹੀਂ। ਕਹਿੰਦਾ ਪਰ ਮੈਂ ਆਦਾ ਅਮੀ ਜੀ ਕੋਈ ਗੱਲ ਨਹੀਂ, ਮੇਰੇ ਯਾਰ ਦੋਸਤ ਨੇ। ਕਿਉਂਕਿ ਸ਼ਾਮੀ ਬੜੀ ਦੇਰ ਨਾਲ ਅਕਸਰ ਇਹ ਹੁੰਦਾ ਸੀ ਕਿ ਰਕਸ਼ੇ 3-4 ਵਜੇ ਮੈਂ ਕਈ ਵਾਰ ਛੁੱਟੀ ਕਰਕੇ ਆ ਜਾਣਾ, ਉਹਨਾਂ ਕੋਲ ਆ ਕੇ ਬਹਿ ਰਹਿਣਾ ਤੇ ਆਪਣੇ ਕੰਮ ਵੱਲ ਨਾ ਧਿਆਨ ਦੇਣਾ। ਕਹਿੰਦਾ ਮੈਂ ਘਰ ਆਂਦਾ, ਅਮੀ ਮੈਨੂੰ ਸਮਝਾਉਂਦੇ ਸੀ ਕਿ ਪੁੱਤਰ ਨਾ ਇੰਝ ਕਰਿਆ ਕਰ, ਆਪਣੇ ਕੰਮ ਵੱਲ ਧਿਆਨ ਦੇ, ਤੈਨੂੰ ਪਤਾ ਸਾਡੇ ਘਰ ਦੇ ਹਾਲਾਤ ਕੀ ਨੇ। ਕਹਿੰਦਾ ਪਰ ਕਦੇ ਨਹੀਂ ਗੌਰ ਕੀਤਾ। ਕਹਿੰਦਾ ਇੱਕ ਦਿਨ ਸਵੇਰ ਮੈਂ ਆ ਕੇ ਹਵੇਲੀ ਦਾ ਦਰਵਾਜ਼ਾ ਖੋਲ੍ਹਿਆ, ਖੋਲ੍ਹ ਕੇ ਅੰਦਰ ਗਿਆ ਤੇ ਤੱਕਿਆ ਤੇ ਰਕਸ਼ੇ ਦਾ ਟਾਇਰ ਹੀ ਕੋਨਾ। ਕਹਿੰਦਾ ਮੈਂ ਤਾਕ ਕੇ ਹੈਰਾਨ ਰਹਿ ਗਿਆ, ਟਾਇਰ ਕਿੱਧਰ ਗਿਆ। ਕਹਿੰਦਾ ਅੱਗੋਂ ਬਾਹਰ ਨਿਕਲਿਆ, ਦੁਕਾਨ ਵਾਲਿਆਂ ਕੋਲ ਪੁੱਛਿਆ, ਕਹਿੰਦਾ ਯਾਰ ਮੇਰੇ ਰਕਸ਼ੇ ਦਾ ਟਾਇਰ ਕੋ ਨਹੀਂ। ਕਹਿੰਦੇ ਯਾਰ ਸਾਨੂੰ ਤਾਂ ਨਹੀਂ ਪਤਾ। ਕਹਿੰਦਾ ਉੱਧਰੋਂ ਪੁੱਛਿਆ ਕੋ ਨਾ। ਕਹਿੰਦਾ ਤੂੰ ਮਾਲਕ ਨਾਲ ਗੱਲ ਕਾਜੀ ਦੀ ਹਵੇਲੀ ਹੈ। ਕਹਿੰਦਾ ਮੈਂ ਉਹਦੇ ਕੋਲ ਗਿਆ, ਜਾ ਕੇ ਉਹਦਾ ਦਰਵਾਜ਼ਾ ਖੜਕਾਇਆ ਵੀ ਇਸ ਤਰ੍ਹਾਂ ਮੇਰੇ ਰਕਸ਼ੇ ਦਾ ਟਾਇਰ ਕੋ ਨਹੀਂ। ਉਹ ਕੋ ਕਹਿੰਦਾ ਤੇ ਮੈਂ ਕੀ ਕਰਾਂ। ਕਹਿੰਦਾ ਮੈਂ ਕਿਹਾ ਭਾਈ ਤੁਹਾਨੂੰ 300 ਰੁਪਿਆ ਦੇਣਾ ਤੇ ਅੱਗੋਂ ਰਕਸ਼ੇ ਦਾ ਟਾਇਰ ਕੋ ਨਹੀਂ। ਉਹਨੇ ਕਿਹਾ ਗੱਲ ਸੁਣ, ਜੇ ਤਾਂ ਤਾਲਾ ਟੁੱਟਿਆ ਸੀ ਫਿਰ ਤੇ ਮੈਂ ਐਕਸ਼ਨ ਲਵਾਂ, ਹੁਣ ਜੇ ਕੋਈ ਨਸ਼ਈ ਕੰਧ ਟੱਪ ਕੇ ਆ ਗਿਆ, ਆ ਕੇ ਟਾਇਰ ਲਾ ਕੇ ਲੈ ਗਿਆ ਤੇ ਮੈਂ ਕੀ ਕਰ ਸਕਣਾ। ਇਹਦੇ 'ਚ ਮੇਰੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਨਾ, ਹੁਣ ਮੈਂ ਇਤਨੀ ਤੇਰੇ ਅੰਦਰ ਖਲੋਤਾ ਰਵਾਂ ਤੇਰੇ 300 ਰੁਪਏ ਵਾਸਤੇ। ਕਹਿੰਦਾ ਪਰ ਉਹਨੇ ਕੋਈ ਨਾ ਗੱਲ ਸੁਣੀ ਨਾ, ਕਿ ਭਾਈ ਜਾ ਆਪਣਾ ਕੰਮ ਕਰ, ਜੇ ਰਹਿਣੀ ਰਕਸ਼ਾ ਤੂੰ ਲੈ ਕੇ ਬਾਹਰ ਨਿਕਲ ਜਾ, ਸਾਨੂੰ ਕੋਈ ਨਹੀਂ ਜ਼ਰੂਰਤ ਤੇਰੇ 300 ਦੀ। ਕਹਿੰਦਾ ਮੈਂ ਚੁੱਪ ਕਰਕੇ ਬਾਹਰ ਨਿਕਲਿਆ ਕਿਉਂਕਿ ਹੋਰ ਕਿਰੇ ਖਿਲਾ ਵੀ ਨਹੀਂ ਸਕਦਾ ਰਕਸ਼ਾ। ਕਹਿੰਦਾ ਪਰ ਗੇਟ ਖੋਲ੍ਹਿਆ, ਮੈਂ ਪੋਲਾ ਜਿਹਾ ਰਕਸ਼ਾ ਬਾਹਰ ਕੱਢ ਕੇ ਤੇ ਮੈਂ ਖਿਲਾ ਕੇ ਤੇ ਮੈਂ ਕਿਹਾ ਜਿਹੜੇ ਮੇਰੇ ਯਾਰ ਦੋਸਤ ਨੇ ਮੇਰੇ ਕੋਲ ਤੇ ਕਹਿੰਦਾ ਪੈਸੇ ਕੋਈ ਨਹੀਂ, ਜਿਹੜੇ ਰੋਜ਼ ਕਮਾਉਂਦਾ ਸਾਂ ਰੋਜ਼ ਦੇ ਰੋਜ਼ ਘਰ ਲਾ ਦੇ ਸੀ। ਕਹਿੰਦਾ ਮੈਂ ਚਲੋ ਯਾਰਾਂ ਦੋਸਤਾਂ ਕੋਲ ਪੁੱਛਣਾ। ਕਹਿੰਦਾ ਸਾਹਮਣੇ ਦੁਕਾਨ ਵਾਲੇ ਕੋਲ ਗਿਆ, ਉਹਦੇ ਕੋਲ ਰੋਜ਼ ਸ਼ਾਮੀ ਉਹਦੇ ਕੋਲ ਹੀ ਬਵੀਦਾ। ਕਹਿੰਦਾ ਮੈਂ ਕਿਹਾ ਯਾਰ 500 ਰੁਪਿਆ ਤੇ ਦੇਈ, ਮੈਂ ਯਾਰ ਰਕਸ਼ੇ ਦਾ ਟਾਇਰ ਪਵਾ ਲਾਂ, ਕਿਰੇ ਚੋਰੀ ਹੋ ਗਿਆ। ਉਹਨੇ ਆਖਿਆ ਯਾਰ ਇਹ ਤਾਂ ਮੇਰੀ ਬੋਣੀ ਕੋ ਨਹੀਂ ਹੋਈ, ਮੇਰੇ ਕੋਲ ਆਪੂ ਮੈਂ ਸੌਦਾ ਲੈਣ ਦਾ ਪੈਸੇ ਕੋ ਨਹੀਂ। ਕਹਿੰਦਾ ਮੈਂ ਚੁੱਪ ਕਰ ਗਿਆ। ਕਹਿੰਦਾ ਮੈਂ ਦੂਸਰੇ ਕੋਲ ਗਿਆ, ਉਹਨੇ ਵੀ ਇਹੀ ਗੱਲ ਕੀਤੀ। ਕਹਿੰਦਾ ਯਾਰ ਮੇਰੇ ਕੋਲ ਤਾਂ ਪੈਸੇ ਹੀ ਕੋ ਨਹੀਂ। ਕਹਿੰਦਾ ਮੈਂ ਕਿਹਾ ਚੰਗੇ ਰਹਿ ਗਏ ਬਈ, ਇੱਕ ਹੋਰ ਕੋਲੋਂ ਕਹਿੰਦਾ ਪੁੱਛੋ, ਉਹ ਵੀ ਕਹਿੰਦਾ ਕੋ ਨਹੀਂ। ਕਹਿੰਦਾ ਫਿਰ ਮੈਂ ਘਰ ਗਿਆ, ਮੈਂ ਕਿਹਾ ਜਨਾਨੀ ਕੋਲ ਕੋਈ 200-400 ਰੁਪਿਆ ਅਕਸਰ ਹੁੰਦਾ ਹੈ। ਕਹਿੰਦਾ ਘਰ ਗਿਆ ਤਾਂ ਅੱਗੇ ਤੱਕ ਜਨਾਨੀ ਸਬਜ਼ੀ ਲਿਆ ਕੇ ਮੰਜੀ 'ਤੇ ਬਹਿ ਕੇ ਪੀ ਕੱਟੇ। ਕਹਿੰਦਾ ਮੈਨੂੰ ਪਤਾ ਲੱਗ ਗਿਆ ਕਿ ਇਹਨੇ ਸਬਜ਼ੀ ਲੈਂਦੀ ਹੈ, ਪਰ ਮੈਂ ਕਿਹਾ ਪੁੱਛ ਹੀ ਲੈਣਾ ਇਹਦੇ ਕੋਲੋਂ। ਕਹਿੰਦਾ ਮੈਂ ਕਿਹਾ ਹੈ ਹੀ 500 ਰੁਪਿਆ। ਕਹਿੰਦੀ ਹੈ ਨਾ ਮੇਰੇ ਕੋਲ ਕੋਈ ਨਹੀਂ, 400 ਰੁਪਿਆ ਸੀ ਦੀ ਸਬਜ਼ੀ ਲੈਂਦੀ ਹੈ, ਧਨੀਆ ਸ਼ਨੀਆ ਲੈਂਦਾ, ਰੁਪਈਏ 50 ਬੱਚੇ ਨੇ। ਕਹਿੰਦਾ ਮੈਂ ਕਿਹਾ 50 ਹੀ ਦੇ। ਕਹਿੰਦਾ ਮੈਂ ਕਿਹਾ ਜਾ ਗੁਆਂਢੀ ਜਿਹੜੇ ਨਾ ਉਹਦੇ ਨਾਲ ਚੰਗੀ ਤਾਲੁਕਾਤ ਹੈ ਉਹਦੇ, ਮੈਂ ਕਿਹਾ ਜਾ ਆਪਣੀ ਬਾਜੀ ਨਾਲ ਗੱਲ ਕਰ, ਉਹਨੂੰ ਆਹ ਬਈ ਪੈਸੇ ਦੇ 500 ਰੁਪਿਆ ਤੇ ਸ਼ਾਮੀ ਦੇ ਦਿਆਂਗੇ। ਕਹਿੰਦਾ ਹਾਲਾ ਮੈਂ ਪਤਾ ਕਰਨੀ ਆ। ਕਹਿੰਦਾ ਪਤਾ ਕਰਕੇ ਕਹਿੰਦੀ ਨਹੀਂ ਬਾਜੀ, ਕਹਿੰਦੀ ਮੇਰੇ ਕੋਲ ਵੀ ਕੋਈ ਨਹੀਂ ਗੁੰਜਾਇਸ਼। ਕਹਿੰਦਾ ਕੋ ਨਾ ਲੱਭੇ। ਕਹਿੰਦਾ ਮੈਂ ਬੜਾ ਪਰੇਸ਼ਾਨ, ਹੁਣ ਮੈਨੂੰ 500 ਰੁਪਿਆ ਨਹੀਂ ਲੱਭਦਾ ਪਿਆ। ਕਹਿੰਦਾ ਮੈਂ ਆ ਗਿਆ, ਆ ਕੇ ਫਿਰ ਮੈਂ ਮਕੈਨਿਕ ਕੋਲ ਗਿਆ। ਕਹਿੰਦਾ ਮਕੈਨਿਕ ਨੂੰ ਜਾ ਕੇ ਮੈਂ ਆਖਿਆ ਕਿ ਇਸ ਤਰ੍ਹਾਂ ਮੇਰੇ ਕੋਲ ਪੈਸੇ ਕੋ ਨਹੀਂ ਤੇ ਮੇਰੇ ਰਕਸ਼ੇ ਦਾ ਟਾਇਰ ਜਾਂਦਾ ਰਿਹਾ, ਤੁਸੀਂ ਮੈਨੂੰ ਪਾ ਦਿਓ ਤੇ ਸ਼ਾਮੀ ਤੁਹਾਨੂੰ ਮੈਂ ਪੈਸੇ ਦੇ ਦਿਆਂਗਾ। ਉਹਨੇ ਆਖਿਆ ਯਾਰ ਮੇਰੇ ਕੋਲ ਕਿੱਥੋਂ ਗੁੰਜਾਇਸ਼ ਹੈ, ਤੂੰ ਟਾਇਰ ਲਾਇਆ ਮੈਂ ਤੈਨੂੰ ਪਾ ਦੇਣਾ, ਲੇਕਿਨ ਮੈਂ ਲਿਆ ਕੇ ਨਹੀਂ ਪਾ ਸਕਦਾ। ਕਹਿੰਦਾ ਯਾਰ ਪਾ ਦੇ, ਤੇਰੀ ਮਿਹਰਬਾਨੀ। ਕਹਿੰਦਾ ਪਰ ਉਹਨੇ ਕੋ ਨਾ ਮੰਨਿਆ। ਕਹਿੰਦਾ ਮੈਂ ਟਾਇਰਾਂ ਵਾਲੇ ਕੋਲ ਗਿਆ, ਫਿਰ ਟਾਇਰਾਂ ਵਾਲੇ ਨੂੰ ਜਾ ਕੇ ਆਖਿਆ ਵੀ ਯਾਰ ਇਸ ਤਰ੍ਹਾਂ ਤੂੰ ਮੈਨੂੰ ਦੇ ਦੇ ਟਾਇਰ ਤੇ ਮੈਂ ਤੈਨੂੰ ਸ਼ਾਮੀ ਪੈਸੇ ਦੇ ਦਿਆਂਗਾ, ਮੇਰਾ ਟਾਇਰ ਚੋਰੀ ਹੋ ਗਿਆ। ਉਹਨੇ ਆਖਿਆ ਭਾਈ ਅਸੀਂ ਇੰਝ ਨਹੀਂ ਦਿੰਦੇ ਸੀ, ਕਿਸੇ ਤੇ ਇਤਬਾਰ ਨਹੀਂ ਕਰਦੇ, ਸਾਡਾ ਕਾਰੋਬਾਰ ਕਿਵੇਂ ਚੱਲੇਗਾ। ਕਹਿੰਦਾ ਮੈਂ ਬੜਾ ਮਾਯੂਸ ਹੋ ਕੇ ਬਾਹਰ ਆ ਕੇ ਰਕਸ਼ੇ ਕੋਲ ਫੇਰ ਬਹਿ ਰਿਹਾ। ਕਹਿੰਦਾ ਮੂੰਹ ਥੱਲੇ ਸੱਟਿਆ। ਕਹਿੰਦਾ ਮੈਂ ਜਿਉਂ ਧੋਣ ਚੁੱਕੇ ਤਾਂ ਕਿਹਾ ਇੱਕ ਬੱਚਾ ਪਿਆਉਂਦਾ ਹੈ ਸਾਈਕਲ 'ਤੇ। ਕਹਿੰਦਾ ਉਹਨੇ ਚੰਗਾ 24 ਇੰਚ ਦਾ ਸਾਈਕਲ ਆਇਆ ਉਹਦੇ ਕੋਲ। ਕਹਿੰਦਾ ਉਹ ਸਾਈਕਲ ਤੋਂ ਲੱਥਾ ਮੇਰੇ ਕੋਲ ਖਲੋ ਕੇ ਕਹਿੰਦਾ ਅੰਕਲ ਜੀ ਕੀ ਹੋਇਆ ਜੇ। ਕਹਿੰਦਾ ਮੈਂ ਬੇਟਾ ਕੁਝ ਨਹੀਂ ਹੋਇਆ। ਕਹਿੰਦਾ ਨਹੀਂ ਅੰਕਲ ਜੀ ਦੱਸੋ ਤਾਂ ਸਹੀ ਹੋਇਆ ਕੀ ਹੈ। ਕਹਿੰਦਾ ਬੇਟਾ ਇਸ ਤਰ੍ਹਾਂ ਮੈਂ ਰਕਸ਼ਾ ਰਾਤੀ ਖਲਾਇਆ ਸੀ ਅਤੇ ਉਹ ਰਕਸ਼ੇ ਦਾ ਕੋਈ ਟਾਇਰ ਲਾ ਕੇ ਲੈ ਗਿਆ ਅਤੇ ਹੁਣ ਰਕਸ਼ੇ ਦੇ ਟਾਇਰ ਵਾਸਤੇ ਪੈਸੇ ਕੋਈ ਨਹੀਂ ਮੇਰੇ ਕੋਲ। ਅਤੇ ਕਹਿੰਦਾ ਅੰਕਲ ਜੀ ਕਿੰਨੇ ਚਾਹੀਦੇ ਜੇ। ਕਹਿੰਦਾ ਨਹੀਂ ਪੁੱਤਰ ਕੋਈ ਨਹੀਂ ਤੂੰ ਜਾ। ਕਹਿੰਦਾ ਨਹੀਂ ਅੰਕਲ ਜੀ ਦੱਸੋ ਕਿੰਨੇ ਚਾਹੀਦੇ ਜੇ। ਹੈਂ ਕਹਿੰਦਾ ਨਹੀਂ ਪੁੱਤਰ 500 ਰੁਪਿਆ ਲੱਗਦਾ। ਕਹਿੰਦਾ ਉਹਨੇ ਨਿੱਕੇ ਨੇ 500 ਰੁਪਿਆ ਕੱਢ ਕੇ ਨਾ, ਇਹ ਸਾਈਕਲ ਦੇ ਉੱਤੇ ਸੀ, ਪੈਰ ਥੱਲੇ ਲਾਏ ਸੀ। ਕਹਿੰਦਾ ਕੱਢ ਕੇ ਨਾ ਮੈਨੂੰ ਕਹਿੰਦਾ ਲਓ ਅੰਕਲ ਜੀ। ਕਹਿੰਦਾ ਮੈਂ ਕਿਹਾ ਬੇਟਾ ਇਹ ਤੇਰੇ ਕੋਲ ਕਿੱਥੋਂ ਆਏ। ਕਹਿੰਦਾ ਮੈਂ ਘਰੋਂ ਸਬਜ਼ੀ ਲੈਣ ਆਇਆ ਸਾਂ ਅਤੇ ਤੁਸੀਂ ਰੱਖ ਲਓ ਹੈ ਰਹੀ ਹੈ। ਕਹਿੰਦਾ ਨਹੀਂ ਬੇਟਾ ਤੈਨੂੰ ਘਰੋਂ ਮਾਰ ਪਵੇ। ਕਹਿੰਦਾ ਨਹੀਂ ਹੈ ਰਹੀ ਹੈ, ਤੁਸੀਂ ਇਹ ਰੱਖ ਲਓ। ਕਹਿੰਦਾ ਮੈਂ ਚੁੱਪ ਕਰਕੇ ਲੈ ਲਿਆ, ਮੈਨੂੰ ਵੀ ਜ਼ਰੂਰਤ ਹੈ। ਕਹਿੰਦਾ ਨਿੱਕਾ ਜਿਹਾ ਸਾਈਕਲ ਲੈ ਕੇ ਗਿਆ ਟੁਰ। ਮੈਂ ਪੁੱਛਿਆ ਉਹਨੂੰ ਕਿ ਤੇਰਾ ਘਰ ਕਿੱਥੇ ਹੈ। ਕਹਿੰਦਾ ਉਹਨੇ ਕਹਿੰਦਾ ਅੰਕਲ ਜੀ ਰਹਿਣ ਦਿਓ ਹੈ ਰਹੀ ਹੈ। ਕਹਿੰਦਾ ਉਹ ਸਾਈਕਲ ਲੈ ਕੇ ਟੁਰ ਪਿਆ। ਕਹਿੰਦਾ ਮੈਂ ਉਹਦੇ ਮਗਰ ਉਹਦਾ ਮੈਂ ਘਰ ਤੱਕ ਲਿਆ। ਕਹਿੰਦਾ ਸ਼ਾਮੀ ਜਿਹੜਾ ਨਾ ਜਿਸ ਮੈਂ ਦਿਹਾੜ ਸ਼ਾਰ ਮੇਰੀ ਲੱਗ ਗਈ, ਜਿਸ ਮੈਂ ਸਿੱਧਾ ਉਹਨਾਂ ਦੇ ਘਰ ਜਾ ਕੇ ਦਰਵਾਜ਼ਾ ਖੜਕਾਇਆ।
ਕਹਿੰਦਾ ਹਾਂ ਜੀ ਭਾਈ ਜੀ ਦੱਸੋ ਕੀ ਹੈ। ਕਹਿੰਦਾ ਉਹ ਤੁਹਾਡਾ ਨਿੱਕਾ ਇੱਕ ਸਾਈਕਲ ਚਲਾਉਂਦਾ ਪਿਆ ਦਿਹਾੜੀ, ਉਹਦੇ ਨਾਲ ਮੈਂ ਮਿਲਣਾ। ਕਹਿੰਦਾ ਉਹ ਤੇ ਸੋ ਗਿਆ। ਉਹਨੇ ਕਿਹਾ ਜੀ ਟਾਈਮ ਨਹੀਂ। ਉਹਨੇ ਕਿਹਾ ਉਹਨੂੰ ਮਾਰ ਪਈ ਆ ਅੱਜ, ਉਹ 500 ਰੁਪਈਆ ਕਿਰੇ ਗਮਾਇਆ ਸੀ, ਜਿਹਦੀ ਵਜ੍ਹਾ ਨਾਲ ਜਿਹੜਾ ਨਾ ਉਹਨੇ ਨਾ ਰੋਟੀ ਖਾਧੀ ਤੇ ਜਾ ਕੇ ਲੰਮਾ ਪੈ ਰਿਹਾ। ਉਹਨੇ ਕਿਹਾ ਇੱਕ ਵਾਰੀ ਉਹਨੂੰ ਬੁਲਾਓ ਤੇ ਸਹੀ। ਕਹਿੰਦਾ ਉਹਨਾਂ ਠਾਲ ਕੇ ਲਿਆਂਦਾ ਜਿਸ ਤੱਕ ਇਹਨਾਂ ਨੇ। ਕਹਿੰਦਾ ਆਮਦਿਆਂ ਨਿੱਕੇ ਦੇ ਹੱਥ ਚੁੰਮੀ ਉਸ। ਕਹਿੰਦਾ ਚੁੰਮ ਕੇ ਉਹਦੇ ਮੱਥੇ ਤੇ ਪਿਆਰ ਦਿੱਤੀ ਉਸ। ਕਹਿੰਦਾ ਕਿਤਨੇ ਖੁਸ਼ਕਿਸਮਤ ਹੋ ਤੁਸੀਂ ਕਿ ਤੁਹਾਨੂੰ ਇੰਨਾ ਪਿਆਰਾ ਬੱਚਾ ਲੱਭਾ। ਉਹਨਾਂ ਕਿਹਾ ਕੀ ਹੋਇਆ। ਉਹਨੇ ਆਖਿਆ ਜਿਹੜਾ 500 ਰੁਪਈਆ ਤਾਂ ਆਂਦਾ ਰਿਹਾ ਤੁਹਾਨੂੰ ਢਹਿ ਪਿਆ, ਉਹ 500 ਰੁਪਈਆ ਨੇ ਮੈਨੂੰ ਦਿੱਤਾ ਸੀ। ਮੈਂ ਬਹੁਤ ਪਰੇਸ਼ਾਨ ਸਾਂ ਅੱਜ ਦਿਹਾੜੀ, ਤੇ ਜਿਹੜਾ ਮੇਰੇ ਕੋਲ ਕੋਈ ਬੰਦਾ, ਮੇਰੇ ਯਾਰ ਦੋਸਤ ਕਿਸੇ ਨੇ ਮੇਰੀ ਮਦਦ ਨਹੀਂ ਕੀਤੀ। ਇਹ ਬੱਚੇ ਨੇ ਮੈਨੂੰ ਆ ਕੇ ਪੁੱਛਿਆ ਅੰਕਲ ਜੀ ਕੀ ਹੋਇਆ, ਇਹਦਾ ਟਾਇਰ ਤੇ ਨਜ਼ਰ ਪੈ ਗਈ ਸੀ ਤੇ ਇਹਨੇ ਮੈਨੂੰ 500 ਰੁਪਈਆ ਕਰਕੇ ਧਾਲਾ ਕੇ ਮੈਨੂੰ ਆਖਿਆ ਵੀ ਆਪਣਾ ਘਰ ਦੱਸ, ਲੇਕਿਨ ਕਹਿੰਦਾ ਅੰਕਲ ਜੀ ਹੈ ਰਹੀ ਹੈ। ਫਿਰ ਮੈਂ ਇਹਦਾ ਪਿੱਛਾ ਕਰਦਾ ਕਰਦਾ ਘਰ ਆਇਆ। ਕਹਿੰਦਾ ਤੁਸੀਂ ਬੜੇ ਖੁਸ਼ਕਿਸਮਤ ਮਾਂ ਬਾਪ ਹੋ ਜਿਨ੍ਹਾਂ ਨੂੰ ਐਡਾ ਪਿਆਰਾ ਬੱਚਾ ਲੱਭਾ। ਕਹਿੰਦਾ ਤੁਹਾਨੂੰ ਫਖਰ ਹੋਣਾ ਚਾਹੀਦਾ। ਕਹਿੰਦਾ ਉਹਦੇ ਵਾਲਿਦ ਨੇ ਉਹਦੇ ਵੱਲ ਤੱਕਿਆ ਤੇ ਉਹਨੂੰ ਪਿਆਰ ਦਿੱਤਾ ਮੱਥੇ ਤੇ ਕਿ ਬੱਚੇ ਇਤਨੇ ਕਾਬਲ ਨੇ ਉਹਦੇ, ਕਿਉਂਕਿ ਮਾਂ ਬਾਪ ਦੀ ਤਰਬੀਅਤ ਅਸਰ ਕਰਦੀ ਹੈ ਸਾਰਾ। ਅੱਗੋਂ ਕਹਿੰਦਾ ਮੈਂ ਪਰ ਵਾਲੇ ਸੋਚਿਆ ਅੱਗੋਂ ਕਿਸੇ ਦੁਕਾਨ ਵਾਲੇ ਕੋਲ ਨਹੀਂ ਬਹਿਣਾ, ਕੋਈ ਯਾਰੀ ਦੋਸਤੀ ਨਹੀਂ ਬਣਾਉਣੀ, ਕਿਸੇ ਨੂੰ ਚਾਹਾਂ ਨਹੀਂ ਪਿਲਾਉਣੀਆਂ, ਕਿਸੇ ਨੂੰ ਆਪਣੇ ਰਕਸ਼ੇ ਤੇ ਫਰੀ ਨਹੀਂ ਖੜਨਾ। ਕਹਿੰਦਾ ਆਪਣੇ ਟਾਈਮ ਦੇ ਟਾਈਮ ਸ਼ਾਮੀ 7-8 ਵਜੇ ਘਰ ਆਵੀਦਾ, ਆ ਕੇ ਆਪਣੀ ਚੰਗੀ ਤਕਰੀਬਨ 1400-1500 ਦੀ ਮੇਰੀ ਹੁਣ ਦਿਹਾੜੀ ਲੱਗ ਜਾਂਦੀ ਹੈ। ਕਹਿੰਦਾ ਅੱਗੇ ਟਾਈਮ ਨਾਲ ਆ ਜਾਈਦਾ ਸੀ, ਚਲੋ ਯਾਰਾਂ ਦੋਸਤਾਂ ਕੋਲ ਬਹਿੰਦੇ ਆ। ਕਹਿੰਦਾ ਉਹ ਯਾਰ ਦੋਸਤ ਨੇ ਜਿਹੜੇ ਮੈਨੂੰ ਕੁਝ ਸਮਝਦੇ ਨਹੀਂ, ਮੈਨੂੰ ਰੁਪਈਆ 500 ਨਹੀਂ ਨਾ ਦਿੱਤਾ। ਇਸ ਵਾਸਤੇ ਪਹਿਲਾਂ ਆਪਣਾ ਆਪ ਤੱਕਣਾ ਚਾਹੀਦਾ। ਤੁਹਾਡੀ ਜੇਬ 'ਚ ਪੈਸਾ ਹੈ ਤੇ ਤੁਹਾਡੇ ਸਾਰੇ ਯਾਰ ਨੇ, ਪੈਸੇ ਨਹੀਂ ਤੇ ਕੋਈ ਯਾਰ ਨਹੀਂ ਇੱਥੇ, ਸਭ ਪੈਸੇ ਨਾਲ ਦੁਨੀਆ ਚੱਲਦੀ ਹੈ। ਤੇ ਇਸ ਵਾਸਤੇ ਕੋਸ਼ਿਸ਼ ਕਰਿਆ ਕਰੋ ਕਿ ਪਹਿਲਾਂ ਆਪਣੇ ਘਰ ਦੇ ਹਾਲਾਤ ਸੈੱਟ ਕਰੋ ਤੇ ਫਿਰ ਜੋ ਵੀ ਕਰਨਾ ਤੁਸੀਂ ਕਰੋ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਦੌਰ ਜਾ ਰਿਹਾ ਨਾ, ਪੈਸੇ ਤੋਂ ਇਲਾਵਾ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ। ਇਸ ਵਾਸਤੇ ਰਕਸ਼ੇ ਵਾਲੀ ਗੱਲ ਬਹੁਤ ਵਜ਼ਨ ਵਾਲੀ ਹੈ ਤੇ ਤੁਸੀਂ ਜਿਹੜਾ ਇਹਦੇ 'ਤੇ ਅਮਲ ਕਰਿਆ ਕਰੋ। ਪੈਸਾ ਆਪਣਾ ਬਚਾਓ ਤੇ ਤਾਂ ਹੀ ਦੁਨੀਆ ਤੁਹਾਡੀ ਕਦਰ ਕਰੇਗੀ। ਪੈਸੇ ਤੋਂ ਬਗੈਰ ਨਾ ਔਲਾਦ ਹੈ, ਨਾ ਮਾਂ ਪਿਓ ਨੇ, ਕੁਝ ਵੀ ਨਹੀਂ। ਇਸ ਵਾਸਤੇ ਅਗਰ ਮੇਰੀ ਵੀਡੀਓ ਅੱਛੀ ਲੱਗੀ ਹੋਵੇ ਤੇ ਪਲੀਜ਼ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰਦੇ ਹੋ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ। ਸਿਹਤ ਹੈ ਤੇ ਸਭ ਕੁਝ ਹੈ। ਤੇ ਬਾਕੀ ਅੱਲਾ ਹਾਫਿਜ਼।